नमस्कार पंजाब AM PM देखने में दर्शक का स्वागत है दोस्तों। केंद्र सरकार के ਵੱਲੋਂ साल 2024-25 ਦਾ ਬਜਟ ਪੇਸ਼ ਕਰ ਦਿੱਤਾ ਗਿਆ ਹੈ ਤੇ ਕਿਸ ਤਰ੍ਹਾਂ ਦਾ ਇਹ ਬਜਟ ਰਿਹਾ ਜਿਹੜੇ ਲੁਧਿਆਣੇ ਦੇ ਵਿੱਚ CICU ਦੇ ਵਿੱਚ ਜਿਹੜੇ ਕਿ ਅੱਜ ਅਹਿਮ ਮੀਟਿੰਗ ਦੇ ਵਿੱਚ ਜਿਹੜਾ ਕਿ ਬਜਟ ਦੇ ਬਾਰੇ ਡਿਸਕਸ਼ਨ ਕੀਤੀ ਗਈ ਹੈ। ਕੁਝ ਇੰਡਸਟਰੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਕਿ ਸੈਂਟਰ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ? देखो बजट ਨੂੰ ਦੇਖਣ ਦੀ ਲੋੜ ਨਹੀਂ ਸੀ। ਬਜਟ ਐਂਟਰੀਮ ਬਜਟ ਸੀ, ਨਾ ਸਾਨੂੰ ਸਰਕਾਰ ਕੁਝ ਦੇ ਸਕਦੀ ਸੀ ਨਾ ਕੁਝ ਲੈ ਸਕਦੀ ਸੀ। ਲੇਕਿਨ ਉਹਨਾਂ ਨੇ ਇੱਕ ਚੀਜ਼ ਜਿਹੜੇ ਦਿਖਾਈਆਂ ਨੇ ਕਿ ਅਸੀਂ ਪਿਛਲੇ 5-10 ਸਾਲਾਂ 'ਚ ਕੀ ਕੀਤਾ ਤੇ ਅਗਾਂਹ ਕੀ ਕਰਨ ਜਾ ਰਹੇ ਹਾਂ। ਪਿਛਲੇ 5-10 ਸਾਲਾਂ ਦਾ ਉਹਨਾਂ ਦਾ ਰਿਕਾਰਡ ਹੈ, ਉਹ ਦੱਸਦਾ ਹੈਗਾ ਕਿ ਵਾਕਈ ਇਹਨਾਂ ਨੇ ਕੁਝ ਕੀਤਾ। ਤਾਂ ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਜੋ ਉਹਨਾਂ ਨੇ ਵਿਜ਼ਨ ਦਿਖਾਇਆ ਉਹ ਪੂਰਾ ਕਰਨਗੇ, ਉਹਦੇ ਨਾਲ ਫਾਇਦਾ ਹੋਏਗਾ। ਇਸ ਕਰਕੇ ਸਾਰੀ ਇੰਡਸਟਰੀ ਨੂੰ ਵੀ ਅੱਛਾ ਲੱਗਿਆ, ਬਜਟ ਅੱਛੇ ਨੰਬਰ ਆਏਗਾ। ਸੋ ਕੀ ਕੁਝ ਇਸ ਬਜਟ ਦੇ ਵਿੱਚ ਖਾਸ ਰਿਹਾ, ਕੁਝ ਕੋਈ ਵੇਰਵਾ ਤੁਹਾਡੇ ਹੱਥ ਨਾਲ ਲੱਗੇ? ਖਾਸ 2-3 ਚੀਜ਼ਾਂ ਨੇ ਉਹਨੇ ਜਿਹੜੇ ਦੱਸਿਆ। ਹੁਣ 7 IIT ਉਹਨਾਂ ਨੇ ਬਣਾਏ ਨੇ, 7 IIM ਬਣਾਏ ਨੇ। ਉਹਦੇ ਆਏਗਾ ਵਿਮਨ ਨੂੰ ਜਿਹੜਾ ਐਮਪਾਵਰ, ਬਹੁਤ ਜ਼ਿਆਦਾ ਐਮਪਾਵਰਮੈਂਟ ਕਰ ਰਹੇ ਨੇ। ਐਜੂਕੇਸ਼ਨ ਜਿਹੜੀ ਹੈ ਵਿਮਨ ਦੇ ਵਿੱਚ 28% ਵਧੀ ਹੈ। ਔਰ ਰੂਰਲ ਹਾਊਸਿਸ ਜਿਹੜੇ ਨੇ 70% ਰੂਰਲ ਹਾਊਸਿਸ ਵਿਮਨ ਨੂੰ ਅਲਾਟ ਕੀਤੇ ਨੇ। ਵਿਮਨ ਸਿਕਿਉਰਡ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਆ ਸਾਡੇ ਰੋਜ਼ ਤਲਾਕ ਜਾਂ ਝਗੜੇ ਮਾਰ ਕੁਟਾਈ ਹੁੰਦੀ ਹੈ ਉਹ ਖਤਮ ਹੋਏਗਾ। ਪੈਸਾ ਜਿਹੜਾ ਵੰਡਿਆ ਇਹਨਾਂ ਨੇ 78 ਲੱਖ ਕਰੋੜ ਰੁਪਇਆ ਸਟਰੀਟ ਵੈਂਡਰਸ ਨੂੰ ਵੰਡਿਆ। ਉਹ ਪੈਸਾ ਮਾਰਕੀਟ 'ਚ ਆਇਆ, ਮਾਰਕੀਟ ਜਾਣ ਨਾਲ ਸਾਰਿਆਂ ਦੀ ਗਰੋਥ ਹੋਏਗੀ। ਉਹ ਜਿਹੜੇ ਸਟਰੀਟ ਵੈਂਡਰਸ ਨੇ ਉਹ ਖੁਸ਼ਹਾਲ ਹੋ ਗਿਆ, ਹਾਂਜੀ। ਸੈਲਫ ਐਮਪਲੋਇਮੈਂਟ ਆ ਗਈ, ਉਹ ਸਾਰੇ ਨਾਲ ਫਾਇਦਾ ਤਾਂ ਫਾਇਦਾ ਹੀ ਹੋਇਆ। ਦੂਸਰਾ ਜਿਹੜੀ ਸਾਨਾ ਵੱਡੀ ਮੈਨੂੰ ਇੱਕ ਹੋਰ ਜਿਹੜੀ ਅੱਛੀ ਆਈ ਹੈ ਨਾ, ਜਿਹੜੀ ਇਨਫੋਰਮੇਸ਼ਨ ਸੀ ਫੂਡ ਜਿਹੜਾ ਉਹਦੀ ਐਕਸਪੋਰਟ ਡਬਲ ਹੋ ਗਈ। ਇਹਦਾ ਮੈਂ ਮਛੁਆੜੇ ਜਿਹੜੇ ਨੇ ਉਹ ਖੁਸ਼ਹਾਲ ਹੋ ਗਏ, ਹਾਂਜੀ ਖੁਸ਼ਹਾਲ ਹੋ ਗਿਆ। ਸਾਡੇ ਕੰਟਰੀ ਨੂੰ ਵੀ ਪੈਸਾ ਆਇਆ, ਫੋਰਨ ਐਕਸਚੇਂਜ ਤਾਂ ਆਇਆ ਹੀ ਨਾ, ਉਹ ਤਾਂ ਫਾਇਦਾ ਹੋਇਆ। ਮੇਨ ਹੁੰਦਾ ਡਿਵੈਲਪਮੈਂਟ, ਕਿਸੇ ਡਿਵੈਲਪਿੰਗ ਨੇਸ਼ਨ ਨੂੰ ਡਿਵੈਲਪ ਬਣਨ ਵਾਸਤੇ 4 ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਇਨਫਰਾਸਟ੍ਰਕਚਰ ਦੇ 4 ਚੀਜ਼ਾਂ ਨੇ, ਰੋਡ, ਰੇਲਵੇ, ਪੋਰਟਸ ਐਂਡ ਏਅਰਪੋਰਟ। ਚਾਰੋਂ ਦੀ ਬਹੁਤ ਗਰੋਥ ਹੋਈ ਹੈ। ਉਹਨਾਂ ਨੇ ਨਵੇਂ ਬਹੁਤ ਸਾਰੇ 144 ਉਹਨਾਂ ਨੇ ਏਅਰਪੋਰਟ ਨਵੇਂ ਕੀਤੇ, 149 ਏਅਰਪੋਰਟ ਨਵੇਂ ਬਣੇ ਨੇ। ਉਹ 517 ਨਵੇਂ ਏਅਰ ਰੂਟ ਚਾਲੂ ਕਰਨ ਲੱਗੇ, ਜਿਵੇਂ ਬਠਿੰਡਾ, ਜਲੰਧਰ, ਇਹ ਸਾਰੇ ਚਾਲੂ ਕਰਨ। ਕਿੰਨੀ ਜਲਦੀ ਜਾਵਾਂਗੇ, ਜਲਦੀ ਵਾਪਸ ਆਵਾਂਗੇ, ਪੈਸੇ ਸਸਤੇ ਹੋਏ। ਇੰਡਸਟਰੀ ਨੂੰ ਫਾਇਦਾ ਹੋਊਗਾ, ਸਾਰੀ ਇੰਡਸਟਰੀ ਨੂੰ, ਸਾਰਿਆਂ ਨੂੰ ਹੀ ਫਾਇਦਾ ਹੋਏਗਾ। ਮੇਨ ਤਾਂ ਦੇਖੋ ਜਿਨ੍ਹਾਂ ਨੇ ਟਰੈਵਲ ਕਰਨਾ ਹੈ, 2 ਤਰ੍ਹਾਂ ਦੇ, ਇੱਕ ਤਾਂ ਟੂਰਿਜ਼ਮ ਹੈ, ਟੂਰਿਜ਼ਮ ਨਾਲ ਸਾਰਿਆਂ ਦਾ ਖੁਸ਼ਹਾਲ ਹੋਣਗੇ। ਬਿਜ਼ਨਸਮੈਨ ਨੇ ਜਾਣਾ, ਇੰਡਸਟਰੀ ਨੇ ਜਾਣਾ, ਉਹ ਵੀ ਕਮਾ ਕੇ ਜਲਦੀ ਵਾਪਸ ਆਉਣਗੇ, ਆ ਕੇ ਕੰਮ ਕਰਨਗੇ। ਥੈਂਕ ਯੂ ਵੈਰੀ ਮਚ। ਸੋ ਬਾਕੀ ਜਿਸ ਤਰ੍ਹਾਂ ਨਾਲ ਦੇਖਿਆ ਜਾਵੇ ਕਿ ਵਪਾਰੀ ਵਰਗ ਨੂੰ ਜਿਸ ਤਰ੍ਹਾਂ ਨਾਲ ਉਮੀਦ ਸੀ ਉਸ ਤਰ੍ਹਾਂ ਦੇ ਨਾਲ ਕੁਝ ਤਬਦੀਲੀ ਹੋਈ ਹੈ ਜਾਂ ਸੇਮ ਐਜ਼ ਇਟ ਇਜ਼ ਹੀ? ਦੇਖੋ ਤਬਦੀਲੀ, ਗਰੋਥ ਤੁਸੀਂ ਦੇਖੋ ਨਾ, ਪਿਛਲੇ 10 ਸਾਲਾਂ 'ਚ ਗਰੋਥ ਦੇਖੀਏ ਤਾਂ ਹਰ ਰੋਜ਼ ਗਰੋਥ ਹੋ ਰਹੀ ਹੈ। ਉਹਨੇ ਇੱਕ ਝਗੜੇ ਉਹਨਾਂ ਨੇ ਖਤਮ ਕਰਤੇ। 2010 ਤੋਂ ਪਹਿਲਾਂ ਜਿਨ੍ਹਾਂ ਦੇ ਇਨਕਮ ਟੈਕਸ ਦੀ ਡਿਮਾਂਡ 25,000 ਤੱਕ ਸੀ, ਜਿਹੜੀ ਕਿ ਅੱਜ 25 ਲੱਖ ਬਣ ਚੁੱਕੀ ਹੈ, ਹਾਂਜੀ, ਉਹਨਾਂ ਨੇ ਖਤਮ ਕਰਤੀ, ਵੇਵ ਆਫ ਕਰਤੀ। ਝਗੜੇ ਖਤਮ ਹੋ ਗਏ, ਸ਼ਾਂਤੀ ਹੋ ਗਈ, ਹਾਂਜੀ, ਕੰਮ ਕਰਨਗੇ। ਸਾਡੇ ਐਕਸਪੋਰਟਰਸ ਦਾ ਰਿਫੰਡ ਜਿਹੜਾ ਅਸੀਂ ਮਾਲ ਮੰਨ ਲਓ ਮੈਂ 10 ਲੱਖ ਦਾ ਮਾਲ ਐਕਸਪੋਰਟ ਕੀਤਾ, ਉਹਦੇ ਜਿੰਨੇ ਇਨਸੈਂਟਿਵ ਬੰਦੇ ਨੇ ਉਹ 10 ਦਿਨਾਂ 'ਚ ਘਰੇ ਵਾਪਸ ਆ ਜਾਂਦੇ ਨੇ, ਬਗੈਰ ਲਾਗ ਦਾਗ ਦੇ, ਬਗੈਰ ਕਿਸੇ ਨੂੰ ਪੈਸਾ ਦਿੱਤੇ, ਬਗੈਰ ਐਪਲੀਕੇਸ਼ਨ ਫਾਈਲ ਕੀਤੇ। ਬਹੁਤ ਅੱਛੀ ਚੀਜ਼ ਹੈ। ਤੋ ਬਾਕੀ ਜਿਸ ਤਰ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਇਸ ਬਜਟ ਦੇ ਵਿੱਚ ਨਾ ਤਾਂ ਜਿਹੜਾ ਕਿ ਕੁਝ ਦਿੱਤਾ ਗਿਆ ਤੇ ਨਾ ਹੀ ਕੁਝ ਲੈ ਗਿਆ। ਹੋਰ ਜਿਹੜੇ ਕਾਰੋਬਾਰੀ ਉਹਨਾਂ ਨਾਲ ਗੱਲਬਾਤ ਕਰਦੇ ਸਰ, ਕਿਸ ਤਰ੍ਹਾਂ ਦੇ ਨਾਲ ਇਸ ਬਜਟ ਤੋਂ ਤੁਹਾਨੂੰ ਉਮੀਦ ਸੀਗੀ ਕਿ ਉਹਨਾਂ ਉਮੀਦਾਂ ਦੇ ਮੁਤਾਬਕ ਇਹ ਬਜਟ ਆਇਆ ਹੈਗਾ? सर एक्चुअली माई सेल्फ MK गुप्ता, चार्टर्ड अकाउंटेंट फ्रॉम मंतोष कुमार एंड एसोसिएट। ये मोदी गवर्नमेंट का आखिरी और इंटरिम बजट था। इंटरिम बजट में सरकार के पास करने के लिए या निकालने के लिए कुछ नहीं होता। ये एक फॉर्मल रिसीप्ट एंड पेमेंट का जनरली प्रोसेस होता है। बट सरकार ने जिस हिसाब से इस इंटरिम बजट को पेश करा है, उससे जो एक इंटरनेशनल फ्रंट पे एक सॉलिड मैसेज आता है कि जो इंडिया है अब वो ग्रो कर रहा है या इंडिया एक फर्म फुटिंग पे है। उन्होंने इसमें देखो सबसे पहले अगर टैक्सेशन में लीजिए तो उसमें 25,000 रुपये तक उन्होंने जो डिस्प्यूटेड अमाउंट्स थी 2010 से लेके पिछले 13 सालों से, वो उन्होंने माफ़ कर दी हैं। ये माफ़ करने से जो 1 करोड़ टैक्स पेयर्स हैं इनको बेनिफिट होगा। दूसरी तरफ अगर आप इमीडिएट बेनिफिट देखें एज एन इंडिविजुअल, एज एन इंडस्ट्रियलिस्ट या एज एन प्रोफेशनल, तो ऐसा कुछ नहीं है इसमें, क्योंकि जो इंटरिम बजट था जहाँ उन्होंने इन क्लैरिकल या इन चीज़ों की तरफ नहीं गए, इन रिफॉर्म्स की तरफ। तीसरा, उन्होंने जो लॉन्ग टर्म बेसिस पे इंफ्रास्ट्रक्चर की डेवलपमेंट के लिए 11.11 लाख करोड़ उन्होंने एलिकोट कर रहे हैं डिफरेंट कॉरिडोर्स के लिए। जो मेडिकल यूनिवर्सिटीज़ हैं उसके लिए उन्होंने वो करा है। इनोवेशन प्रमोट करी है, हमारे यहाँ इनोवेशन की बहुत ज़रूरत है, उसके लिए 1 लाख करोड़ के फंड्स इन्होंने एलोकेट करे हैं।
और जो रिलीजियस टूरिज्म है उसके लिए इन्होंने 75,000 करोड़ रुपए की स्टेट्स को इंटरेस्ट फ्री फंडिंग जो है वो ग्रांट करी है। उससे ओवरऑल डेवलपमेंट होएगी। और इन्होंने जो हाउसेस हैं उसमें देखो, पहले लोअर क्लास के लिए और हायर क्लास के लिए हमेशा कुछ ना कुछ आ जाता है, मिडिल क्लास के लिए कुछ नहीं आता। तो अभी इन्होंने अनाउंस करा है कि जो मिडिल क्लास है उसके लिए आवास योजना ये लोग शुरू करेंगे। मिडिल क्लास के लिए आती है, किसी गरीब को घर मिलता है तो बहुत अच्छी बात है। वैसे भी जो इन्होंने बताया पिछले 10 साल में 3 करोड़ बने आवास इन्होंने उसके योजना की तहत, इस बार ही जो है अगले 5 साल में ये 2 करोड़ बनाएंगे। इसका मतलब जो रेशो है काफ़ी इम्प्रूव होएगी। देखो, घर एक ऐसी वाइटल चीज़ है, ये अगर किसी को भी मिलता है तो बहुत बढ़िया चीज़ है। सर छुपाने के लिए छत मिलती है, अपनी छत होती है, वो एक अच्छी वो चीज़ है। सोलर पैनल से ये इन्होंने कहा है कि वो जो 300 यूनिट जो बिजली हर एक तक पहुंचनी शुरू हो जाएगी। ये एक अच्छे इनिशिएटिव हैं, जो एक अच्छी डेमोक्रेसी को मतलब वो करते हैं। बाकी तो जो फाइनल है इनका उसमें आएगा, फाइनल बजट में, इमीडिएट बजट में, इमीडिएट पे टैक्स पेयर्स हैं इंडस्ट्री के लिए एज सच कोई मतलब वो चीज़ नहीं है। ਸੋ ਬਾਕੀ ਜਿਸ ਤਰ੍ਹਾਂ ਨਾਲ ਗਰੀਬ ਤਬਕੇ ਦੇ ਲਈ ਜਿਹੜਾ ਕਿ ਘਰਾਂ ਨੂੰ ਲੈ ਕੇ ਵੀ ਜਿਹੜੀ ਕਿ ਇੱਕ ਵਿਸ਼ੇਸ਼ ਫੰਡ ਰੱਖਿਆ ਗਿਆ ਹੈਗਾ ਸਰ, ਹੋਰ ਜਿਹੜੇ ਇੰਡਸਟਰੀਲਿਸਟ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਰ ਕਿੰਨੇ ਨੰਬਰ ਦੇਣਾ ਚਾਹੋਗੇ ਜਿਹੜਾ ਕਿ ਅੱਜ ਬਜਟ ਲਿਆਂਦਾ ਗਿਆ ਕੇਂਦਰ ਦੇ? देखो, ये नंबर वाला बजट नहीं है। अपन पता वी आर मैच्योर माइंड्स, इंटरिम बजट एंड एक्सपैक्टेशंस होंदियां, बट ये भी पता होंदा कि इंटरिम बजट च कोई मेजर स्कीम्स या टैक्सेशन दे अनाउंसमेंट्स नहीं होंदियां। ओवरऑल अगर बजट का फ्लेवर देखो तो अगर लेआउट देखो, रूरल इंडिया ते थोड़ा फोकस रहा, वुमेन एम्पावरमेंट, ग्रीन एनर्जी, रेलवेज़, चलो रेलवेज़ ऑलरेडी ऑन गोइंग इंफ्रास्ट्रक्चर आप देख रहे हैं, बहुत कुछ है। आप ऑलरेडी अपने लुधियाने भी देख रहे हैं, वंदे भारत एक्सप्रेस है, वो सारा कुछ चल रहा है। तो डेफिनेटली एक्सपैक्टेशन होंगी है कि GST के कोई अनाउंसमेंट्स आन, कुछ एक्सपोर्ट इंसेंटिव्स ते आवे, कुछ मे बी एंटी डंपिंग ड्यूटीज़ ते आवे। बट बीइंग अ इंटरिम बजट ये भी पता सी कि कोई ड्रेस्टिक अनाउंसमेंट्स नहीं आएंगे। एंड सो फॉर इंडस्ट्री आई वुड से कि न्यूट्रल ब्लैंड बजट्स। ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਹਰੇਕ ਦੀ ਜਿਹੜੀ ਕਿ ਬਜਟ ਤੇ ਆਪੋ ਆਪਣੇ, ਹਾਂਜੀ ਸਰ, ਓਵਰਆਲ ਬਜਟ ਨੂੰ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ? ਦੇਖੋ, ਇੱਕ ਤਾਂ ਇੰਟਰਮ ਬਜਟ ਹਾਲੇ ਤੇ ਇੰਡਸਟਰੀ ਨੂੰ ਜਿੰਨੀ ਸੀਗੀ ਐਕਸਪੈਕਟੇਸ਼ਨ, ਹਾਲੇ ਇੰਡਸਟਰੀ ਲਈ ਤਾਂ ਕੋਈ ਐਸਾ ਕੋਈ ਪਾਲਿਸੀਜ਼ ਵਗੈਰਾ ਨਹੀਂ ਇਹਨਾਂ ਨੇ ਡਿਕਲੇਅਰ ਕੀਤੀ ਜਿਹਦੀ ਕਿ MSME ਨੂੰ ਬਹੁਤ ਰਿਕੁਆਇਰਡ ਹੈ। ਕਿਉਂਕਿ MSME ਅਗਰ ਗਰੋਥ ਆਈ ਕਰੇਗੀ ਜੇ ਗਵਰਨਮੈਂਟ ਵੱਲੋਂ ਕੋਈ ਸਪੋਰਟ ਮਿਲੇਗੀ। ਜਿਵੇਂ ਹੁਣ ਆਪਾਂ ਇੰਪੋਰਟ ਕਰ ਰਹੇ ਹਾਂ ਚਾਈਨਾ ਤੋਂ, ਇੰਨਾ ਮਟੀਰੀਅਲ ਆ ਰਿਹਾ, ਉਹ 'ਤੇ ਕੋਈ ਡਿਊਟੀਜ਼ ਲਗਾਉਣ ਤਾਂ ਕਿ ਇੰਪੋਰਟ 'ਤੇ ਹੋਵੇ। ਰॉ ਮਟੀਰੀਅਲ ਜਿਹੜਾ ਆ ਰਿਹਾ ਉਲਟਾ ਉਹਨੂੰ ਐਗਜ਼ੈਂਪਟ ਕਰਨ ਤਾਂ ਕਿ MSME ਨੂੰ ਸਪੋਰਟ ਹੋ ਪਾਏ। ਜੋ ਚੀਜ਼ ਐਕਸਪੈਕਟੇਸ਼ਨ ਸੀਗੀ, ਪਰ ਹਾਲੇ ਗਵਰਨਮੈਂਟ ਨੇ ਹਾਲੇ ਤਾਂ ਇੰਟਰਮ ਸੀਗਾ। ਕੁਝ ਹੋਰ ਠੀਕ ਹੈ, ਸੋਲਰ 'ਤੇ ਬਹੁਤ ਅੱਛਾ ਕਰ ਰਹੇ ਨੇ, ਪਾਵਰ 'ਤੇ ਕਰ ਰਹੇ ਨੇ, ਰੇਲਵੇ 'ਤੇ ਕੁਝ ਕਰ ਰਹੇ ਨੇ ਜਿਹੜਾ ਇਹਨਾਂ ਨੇ ਅਨਾਊਂਸ ਕੀਤਾ, ਉਹ ਠੀਕ ਹੈ। ਪਰ ਇੰਡਸਟਰੀ ਲਈ ਹਾਲੇ ਦੇਖੀਏ ਤਾਂ ਹਾਲੇ ਤੱਕ ਐਸਾ ਸਾਨੂੰ ਕੋਈ ਉਹ ਚੀਜ਼ ਨਹੀਂ ਮਿਲਿਆ। ਸੋ ਇੰਡਸਟਰੀ ਦੇ ਲਈ ਕੁਝ ਨਿਰਾਸ਼ਾ ਹੱਥ ਲੱਗੀ ਹੈਗੀ, ਦੇਖੋ ਹਾਲੇ ਤੱਕ ਤਾਂ ਇਹੀ ਹੈ ਜੀ। ਹਾਲੇ ਤੱਕ ਦੇਖੋ, ਹਾਲੇ ਤਾਂ ਇੰਟਰਮ ਹੈ, ਅੱਗੇ ਜਾ ਕੇ ਅਗਰ ਕੁਝ ਲਿਆਉਣ ਜਾਂ ਨਵੀਂ ਸਰਕਾਰ ਆਏਗੀ ਤਾਂ ਉਦੋਂ ਐਕਸਪੈਕਟੇਸ਼ਨ ਹੈ ਵੀ ਉਹ ਇੰਡਸਟਰੀ ਲਈ ਫੋਕਸਡ ਹੋਣ, ਤਾਂ ਹੀ ਇੰਡਸਟਰੀ ਗਰੂਮ ਕਰ ਪਾਏਗੀ। ਬਾਕੀ ਜਿਸ ਤਰ੍ਹਾਂ ਦੇ ਨਾਲ ਅਸੀਂ CICU ਦੇ ਜਿਹੜੇ ਮੈਂਬਰਸ ਹਨ, ਵੱਖ-ਵੱਖ ਇੰਡਸਟਰੀਲਿਸਟ ਹਨ, ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਕਿ ਇਹ ਜਿਹੜਾ ਕਿ ਬਜਟ ਸੀ ਨਾ ਤਾਂ ਕੁਛ ਇਹ ਵਿੱਚ ਦਿੱਤਾ ਗਿਆ ਅਤੇ ਨਾ ਹੀ ਕੁਝ ਵਾਪਸ ਜਿਹੜਾ ਕਿ ਉਹਨਾਂ ਕੋਲ ਲਿਆ ਗਿਆ ਹੈਗਾ। ਤਾਂ ਇਹ ਜਿਹੜਾ ਕਿ ਬਜਟ ਹੈ ਉਹ ਪਹਿਲਾਂ ਵਾਲਾ ਹੀ ਐਜ਼ ਇਟ ਜਿਹੜਾ ਲਾਗੂ ਕੀਤਾ ਗਿਆ। ਸੋ ਮਿਲਦਾ ਜੁਲਦਾ ਹੀ ਜਿਹੜਾ ਰੁਝਾਨ ਦੇਖਣ ਨੂੰ ਮਿਲਿਆ। ਮੈਨੂੰ ਇਜਾਜ਼ਤ, ਧੰਨਵਾਦ।